The beggar has little money. The beggar has few money. Which is correct? Confused? I will tell you the difference between little and few. So, let's get started. So students, ਲਿਟਲ ਔਰ ਫਿਊ ਦਾ ਡਿਫਰੈਂਸ ਸਮਝਣ ਤੋਂ ਪਹਿਲਾਂ ਸਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਕਾਊਂਟੇਬਲ ਨਾਊਨਸ ਕਿਹੜੇ ਹੁੰਦੇ ਹੈ ਔਰ ਅਨਕਾਊਂਟੇਬਲ ਨਾਊਨਸ ਕਿਹੜੇ ਹੁੰਦੇ ਹੈ। ਕਾਊਂਟੇਬਲ ਵੈਸੇ ਹੀ ਸਾਨੂੰ ਪੜ੍ਹ ਕੇ ਹੀ ਕਲੀਅਰ ਹੋ ਰਿਹਾ, ਜਿਹੜੀ ਚੀਜ਼ ਨੂੰ ਅਸੀਂ, ਜਿਹੜੇ ਵੀ ਨਾਊਨਸ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ ਉਹਨਾਂ ਨੂੰ ਅਸੀਂ ਕਵਾਂਗੇ ਕਾਊਂਟੇਬਲ ਨਾਊਨਸ। ਲਾਈਕ ਪੈਨਸ, ਬੈਗਸ, ਬॉयਜ਼। ਦੇਖੋ ਅਸੀਂ ਪੈਨਸ ਨੂੰ ਵੀ ਕਾਊਂਟ ਕਰ ਸਕਦੇ ਹਾਂ 1 2 3 ਕਰਕੇ, ਬੈਗਸ ਨੂੰ ਵੀ, ਬॉयਜ਼ ਨੂੰ ਵੀ, ਰਾਈਟ। ਅਨਕਾਊਂਟੇਬਲ ਨਾਊਨਸ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ ਬਟ ਉਹਨਾਂ ਨੂੰ ਮੈਜ਼ਰ ਕਰਨ ਦੇ ਅਲੱਗ-ਅਲੱਗ ਵੇਜ਼ ਹੁੰਦੇ ਆ। ਲਾਈਕ ਮਿਲਕ है ना, ਅਸੀਂ ਕਾਊਂਟ ਨਹੀਂ ਕਰਦੇ 1 ਮਿਲਕ 2 ਮਿਲਕ, ਨੋ, ਅਸੀਂ 1 kg 2 kg ਜਾਂ 1 ਪੈਕੇਟ ਆਫ ਮਿਲਕ ਕਹਿੰਦੇ ਆ। ਇਸੇ ਤਰ੍ਹਾਂ ਰਾਈਸ ਨੂੰ ਦੇਖੋ, ਚਾਵਲਾਂ ਨੂੰ ਤੁਸੀਂ ਕਾਊਂਟ ਨਹੀਂ ਨਾ ਕਰ ਸਕਦੇ, ਉਹਨਾਂ ਨੂੰ ਅਸੀਂ kgs ਵਿੱਚ ਲੈਂਦੇ ਆ। ਇਨ ਦ ਸੇਮ ਵੇ ਸ਼ੂਗਰ, ਚੀਨੀ ਨੂੰ ਤੁਸੀਂ ਕਾਊਂਟ ਕਰ ਸਕਦੇ ਹੋ? ਨਹੀਂ। ਸੋ ਜਿਹੜੀ ਚੀਜ਼ ਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ ਉਹਨੂੰ ਅਸੀਂ ਕਵਾਂਗੇ ਅਨਕਾਊਂਟੇਬਲ ਨਾਊਨਸ। ਜਿਹੜੀ ਚੀਜ਼ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ ਉਹਨਾਂ ਨੂੰ ਕਵਾਂਗੇ ਕਾਊਂਟੇਬਲ ਨਾਊਨਸ। ਆਈ ਥਿੰਕ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹੁਣ ਅਸੀਂ ਲਿਟਲ ਔਰ ਫਿਊ 'ਚ ਡਿਫਰੈਂਸ ਸਮਝਦੇ ਹਾਂ। ਬੇਟਾ ਦੋਨਾਂ ਦਾ ਹੀ ਮਤਲਬ ਸੇਮ ਹੈ, ਬਹੁਤ ਕਮ, ਬਹੁਤ ਘੱਟ, ਠੀਕ ਹੈ, ਬਿਲਕੁਲ ਨੈਗੇਟਿਵ ਸੈਂਸ ਵਿੱਚ। ਜਦੋਂ ਸਾਡੇ ਕੋਲ ਕੋਈ ਚੀਜ਼ ਇੰਨੀ ਕੁ ਘੱਟ ਹੋਏ ਕਿ ਉਹਦਾ ਸਾਨੂੰ ਕੋਈ ਫਾਇਦਾ ਹੀ ਨਹੀਂ ਹੈ ਅਤੇ ਉਸ ਟਾਈਮ ਅਸੀਂ ਇਹਨੂੰ ਲਿਟਲ ਜਾਂ ਫਿਊ ਯੂਜ਼ ਕਰਾਂਗੇ। ਲਾਈਕ ਅਗਰ ਸਾਡੇ ਕੋਲ ਕੋਈ ਚੀਜ਼ ਇੰਨੀ ਘੱਟ ਹੈ ਕਿ ਉਹਨੂੰ ਅਸੀਂ ਕਿਸੇ ਕੰਮ ਲਈ ਯੂਜ਼ ਨਹੀਂ ਕਰ ਸਕਦੇ, ਠੀਕ ਹੈ, ਉਦੋਂ ਹੀ ਨੈਗੇਟਿਵ ਵੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਬਹੁਤ ਘੱਟ ਹੈ ਸਾਡੇ ਕੋਲੋਂ, ਉਦੋਂ ਅਸੀਂ ਲਿਟਲ ਔਰ ਫਿਊ ਕਰਾਂਗੇ ਯੂਜ਼। ਹੁਣ ਸਾਨੂੰ ਸਭ ਤੋਂ ਪਹਿਲਾਂ ਕਿ ਦੋਨਾਂ ਦਾ ਮਤਲਬ ਤਾਂ ਸੇਮ ਹੈ, ਫਿਰ ਅਸੀਂ ਲਿਟਲ ਕਿੱਥੇ ਲਗਾਉਣਾ ਔਰ ਫਿਊ ਕਿੱਥੇ ਲਗਾਉਣਾ, ਇਹ ਸਾਨੂੰ ਕਲੀਅਰ ਹੋਣਾ ਚਾਹੀਦਾ। ਹੁਣ ਬੇਟਾ ਫਿਊ, ਇਹ ਯਾਦ ਰੱਖੋ, ਇਹ ਹਮੇਸ਼ਾ ਲੱਗਦਾ ਹੈ ਕਾਊਂਟੇਬਲ ਨਾਊਨਸ ਦੇ ਨਾਲ, ਰਾਈਟ। ਜਿੰਨੇ ਵੀ ਚੀਜ਼ਾਂ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ ਉਹਨਾਂ ਲਈ ਅਸੀਂ ਵੀ ਯੂਜ਼ ਕਰਾਂਗੇ ਫਿਊ। ਲਿਟਲ ਲੱਗਦਾ ਹੈ ਅਨਕਾਊਂਟੇਬਲ, ਜਿਹੜੀਆਂ ਚੀਜ਼ਾਂ ਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ ਉਹਨਾਂ ਲਈ ਅਸੀਂ ਲਿਟਲ ਯੂਜ਼ ਕਰਦੇ ਹਾਂ। ਹੁਣ ਦੇਖੋ, ਜਿੱਦਾਂ ਅਸੀਂ ਪੈਨਸ ਕਾਊਂਟ ਕਰ ਸਕਦੇ ਹਾਂ ਅਤੇ ਅਸੀਂ ਕਹਿ ਸਕਦੇ ਫਿਊ ਪੈਨਸ। ਬੈਗਸ ਕਾਊਂਟ ਕਰ ਸਕਦੇ ਹਾਂ, ਫਿਊ ਬੈਗਸ। ਬॉयਜ਼ ਕਾਊਂਟ ਕਰ ਸਕਦੇ ਹਾਂ, ਫਿਊ ਬॉयਜ਼। ਹੁਣ ਜਿੱਦਾਂ ਅਸੀਂ ਮਿਲਕ ਨੂੰ ਨਹੀਂ ਕਾਊਂਟ ਕਰ ਸਕਦੇ, ਲਿਟਲ ਮਿਲਕ। ਰਾਈਸ ਨੂੰ ਨਹੀਂ ਕਾਊਂਟ ਕਰ ਸਕਦੇ, ਲਿਟਲ ਰਾਈਸ, ਠੀਕ ਹੈ। ਇੰਨੀ ਗੱਲ ਹੋ ਗਈ ਕਲੀਅਰ ਕਿ ਕਾਊਂਟੇਬਲ ਨਾਊਨਸ ਦੇ ਨਾਲ ਫਿਊ ਔਰ ਅਨਕਾਊਂਟੇਬਲ ਨਾਊਨਸ ਦੇ ਨਾਲ ਅਸੀਂ ਲਿਟਲ ਲਗਾਵਾਂਗੇ। ਹੁਣ ਬੇਟਾ ਇਹਦੇ 'ਚ ਤੁਸੀਂ ਨਾ ਕੋਈ ਇੱਕ ਐਗਜ਼ਾਮਪਲ ਨੂੰ ਆਪਣੇ ਦਿਮਾਗ 'ਚ ਰੱਖ ਲਓ। ਲਾਈਕ ਫਿਊ ਪੈਨਸ, ਤੁਹਾਨੂੰ ਪਤਾ ਪੈਨਸ ਕਾਊਂਟ ਕਰ ਸਕਦੇ ਹਾਂ, ਬਸ ਫਿਰ ਜਦੋਂ ਵੀ ਤੁਹਾਨੂੰ ਕਿਤੇ ਕਨਫਿਊਜ਼ਨ ਹੋ ਜਾਏ ਅਸੀਂ ਫਿਊ ਲਗਾਉਣਾ ਕਿ ਲਿਟਲ ਲਗਾਉਣਾ, ਤੁਸੀਂ ਸਭ ਤੋਂ ਪਹਿਲਾਂ ਉਹਦੀ ਇੱਕ ਐਗਜ਼ਾਮਪਲ ਯਾਦ ਕਰ ਲੈਣੀ ਹੈ ਕਿ ਹਾਂ ਅਸੀਂ ਪੈਨਸ ਦੇ ਨਾਲ ਫਿਊ ਲਗਾਉਂਦੇ ਸੀ, ਇਟ ਮੀਨਸ ਇਹ ਕਾਊਂਟੇਬਲ ਨਾਲ ਲਗਾਉਂਦੇ ਹਾਂ। ਕਾਊਂਟੇਬਲ ਜਿਹੜੇ ਹੁੰਦੇ ਆ ਇਹ ਹਮੇਸ਼ਾ ਪਲੂਰਲ ਹੋਣਗੇ ਔਰ ਅਨਕਾਊਂਟੇਬਲ ਚੀਜ਼ ਜਿਹੜੀ ਹੈ ਉਹ ਸਿੰਗੂਲਰ ਹੁੰਦੀ ਹੈ। ਹੁਣ ਜਿੱਦਾਂ ਮਿਲਕ ਹੈ ਉਹ ਸਿੰਗੂਲਰ, ਰਾਈਸ ਹੈ ਉਹ ਸਿੰਗੂਲਰ ਹੋਏਗਾ, ਠੀਕ ਹੈ। ਹੁਣ ਇਹਦੀ ਅਸੀਂ ਐਗਜ਼ਾਮਪਲਸ ਦੇ ਥਰੂ ਮੈਂ ਤੁਹਾਨੂੰ ਇਹ ਕਲੀਅਰ ਕਰਦੀ ਹਾਂ ਕਿ ਇਹ ਕਿੱਦਾਂ ਨੈਗੇਟਿਵ ਸੈਂਸ ਵਿੱਚ ਹੈ। ਇਹਦਾ ਫਸਟ ਐਗਜ਼ਾਮਪਲ ਆ ਗਈ, ਆਈ ਹੈਵ ਡੈਸ਼ ਮਿਲਕ ਸੋ ਆਈ ਕਾਂਟ ਮੇਕ ਟੀ। ਮੇਰੇ ਕੋਲੋਂ ਡੈਸ਼ ਮਿਲਕ ਹੈ, ਇਸ ਲਈ ਮੈਂ ਚਾਹ ਨਹੀਂ ਬਣਾ ਸਕਦੀ। ਹੁਣ ਅਸੀਂ ਕਹਿ ਰਹੇ ਕਿ ਮੇਰੇ ਕੋਲ ਮਿਲਕ ਹੈ ਪਰ ਡੈਸ਼ ਹੈ ਕਿ ਚਾਹ ਨਹੀਂ ਬਣਾ ਸਕਦੀ। ਹੁਣ ਜਿੱਦਾਂ ਸਪੋਜ਼ ਕਰੋ ਸਾਡੇ ਕੋਲੋਂ ਇੱਕ ਕੱਪ ਵਿੱਚ ਸਿਰਫ ਕੁਝ ਡ੍ਰੌਪਸ ਆਫ ਮਿਲਕ ਹੋਣ, ਠੀਕ ਹੈ ਨਾ, ਅਤੇ ਅਸੀਂ ਕੀ ਕਵਾਂਗੇ ਉਹਦੀ ਚਾਹ ਤਾਂ ਨਹੀਂ ਨਾ ਬਣਾ ਸਕਦੇ, ਅਤੇ ਫਿਰ ਅਸੀਂ ਲਿਖਾਂਗੇ ਆਈ ਹੈਵ ਫਿਊ, ਸੌਰੀ ਮਿਲਕ ਨਾਲ ਅਸੀਂ ਫਿਊ ਨਹੀਂ ਲਗਾਉਣਾ, ਆਈ ਹੈਵ ਲਿਟਲ ਮਿਲਕ ਸੋ ਆਈ ਕਾਂਟ ਮੇਕ ਟੀ। In the same way, she is very quarrelsome मतलब लड़ाकी, ठीक है, जो बहुत ही जल्दी लड़ पैंदा है, उस इंसान ਨੂੰ ਅਸੀਂ ਕਹਿੰਦੇ quarrelsome।
ਉਹ ਬਹੁਤ ਕੁਆਲਸਮ ਹੈ, ਸੋ ਸ਼ੀ ਹੈਜ਼ ਡੈਸ਼ ਫਰੈਂਡਸ। ਹੁਣ ਕੋਈ ਅਗਰ ਬਹੁਤ ਲੜਾਕਾ ਹੋਏਗਾ ਤੇ ਉਹਦੇ ਫਰੈਂਡਸ ਹੋਣਗੇ, ਨੈਚੁਰਲੀ ਉਹਦੇ ਨਾਂ ਦੇ ਬਰਾਬਰ ਫਰੈਂਡਸ ਹੋਣਗੇ, ਮਤਲਬ ਨੈਗੇਟਿਵ ਸੈਂਸ ਵਿੱਚ ਅਸੀਂ ਕਵਾਂਗੇ ਕਿ ਉਹਦੇ ਫਰੈਂਡਸ ਹੀ ਨਹੀਂ ਹੈ। ਠੀਕ ਹੈ, ਤੇ ਹੁਣ ਆਪਾਂ ਫਰੈਂਡਸ ਨੂੰ ਕਾਊਂਟ ਕਰ ਸਕਦੇ ਕਿ ਨਹੀਂ? ਤੁਸੀਂ ਕਿੱਦਾਂ ਕਹਿੰਦੇ ਹੋ? ਤੁਹਾਡੇ ਇੱਕ ਫਰੈਂਡ ਹੈ, 2 ਹੈ, 4 ਹੈ, ਇੱਦਾਂ ਤਾਂ ਨਹੀਂ ਕਹਿੰਦੇ ਸਾਡੇ 5 ਕਿਲੋ ਫਰੈਂਡ ਹੈ। ਨੋ, ਰਾਈਟ? ਤੇ ਇਹਦਾ ਮਤਲਬ ਹੈ ਕਾਊਂਟੇਬਲ ਹੈ। ਜੇ ਕਾਊਂਟੇਬਲ ਹੈ ਤੇ ਫਿਰ ਅਸੀਂ ਕੀ ਲਗਾਣਾ? few। the beggar has dash money। ਬੈਗਰ ਕੋਲੋਂ, ਭਿਖਾਰੀ ਕੋਲੋਂ ਡੈਸ਼ ਮਨੀ ਹੈ। ਹੁਣ ਇੱਕ ਭਿਖਾਰੀ ਆ, ਪਹਿਲਾਂ ਤੇ ਸਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਕਿ ਇੱਕ ਭਿਖਾਰੀ ਉਹਦੇ ਕੋਲ ਦੌਲਤ ਹੋਏਗੀ ਕਿ ਨਹੀਂ, ਉਹਦੇ ਕੋਲ ਪੈਸੇ ਹੋਣਗੇ ਕਿ ਨਹੀਂ। ਅਸੀਂ ਉਹਨੂੰ ਕਿਉਂ ਜਿਹੜੀ ਹੈ ਪੈਸੇ ਦਿੰਦੇ ਹਾਂ? ਬਿਕੋਜ਼ ਵੀ ਥਿੰਕ ਦੈਟ ਕਿ ਉਹਦੇ ਕੋਲ ਪੈਸੇ ਨਹੀਂ ਹੈ। ਠੀਕ ਹੈ, ਫਿਰ ਇਹ ਨੈਗੇਟਿਵ ਸੈਂਸ ਵਿੱਚ ਉਹਦੇ ਕੋਲੋਂ ਮਨੀ ਹੋਈ। ਠੀਕ ਹੈ, ਹੁਣ ਇਹਦੇ 'ਚ ਜਾਂ ਤਾਂ ਫਿਊ ਲੱਗੇਗਾ ਜਾਂ ਲਿਟਲ। ਹੁਣ ਇਹ ਗੱਲ ਕਲੀਅਰ ਕਰਨੀ ਹੈ ਕਿ ਇਹਦੇ 'ਚ ਅਸੀਂ ਫਿਊ ਲਗਾਉਣਾ ਕਿ ਲਿਟਲ। ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਮੈਡਮ ਮਨੀ ਗਿਣ ਸਕਦੇ ਹਾਂ, ਗਿਣ ਕੇ ਮੈਨੂੰ ਦਿਖਾਓ। ਤੁਸੀਂ ਕੀ ਕਹੋਗੇ? ਮੇਰੇ ਕੋਲੋਂ 5 ਰੁਪਏ ਹੈ, 10 ਹੈ, ਜਾਂ ਤੁਸੀਂ ਕਹੋਗੇ ਮੇਰੇ ਕੋਲ 100 ਰੁਪਏ ਹੈ। ਤੇ ਫਿਰ ਤੁਸੀਂ ਮਨੀ ਥੋੜ੍ਹੀ ਗਿਣੀ, ਤੁਸੀਂ ਰੁਪੀਜ਼ ਗਿਣੇ। ਠੀਕ ਹੈ, ਜੇ ਤੁਸੀਂ ਕੋਇਨਸ ਗਿਣਦੇ ਹੋ ਫਿਰ ਵੀ ਤੁਸੀਂ ਕਹੋਗੇ ਮੇਰੇ ਕੋਲ 10 ਕੋਇਨਸ ਹੈ, ਮੇਰੇ ਕੋਲ 50 ਕੋਇਨਸ ਹੈ, ਫਿਰ ਵੀ ਤੁਸੀਂ ਮਨੀ ਨਹੀਂ ਗਿਣੀ, ਕੀ ਗਿਣੇ? ਕੋਇਨਸ ਗਿਣੇ। ਠੀਕ ਹੈ, ਮਨੀ ਨੂੰ ਅਸੀਂ, ਪੈਸੇ ਨੂੰ ਅਸੀਂ ਕੀ ਕਹਿੰਦੇ? ਉਹਦੇ ਕੋਲ ਬਹੁਤ ਪੈਸੇ ਹੈ, ਉਹਦੇ ਕੋਲੋਂ ਬਹੁਤ ਘੱਟ ਪੈਸੇ ਹੈ। ਕਦੀ ਅਸੀਂ ਇੱਦਾਂ ਨਹੀਂ ਕਹਿੰਦੇ ਉਹਦੇ ਕੋਲੋਂ 4 ਪੈਸੇ ਹੈ, ਉਹਦੇ ਕੋਲ 8 ਪੈਸੇ ਹੈ, ਇਸ ਤਰ੍ਹਾਂ ਨਹੀਂ ਨਾ ਕਹਿੰਦੇ। ਇਟ ਮੀਨਸ ਅਸੀਂ ਮਨੀ ਨੂੰ ਨਹੀਂ ਕਾਊਂਟ ਕਰਦੇ, ਅਸੀਂ ਰੁਪੀਜ਼, ਕੋਇਨਸ, ਇਹਨਾਂ ਨੂੰ ਕਾਊਂਟ ਕਰਦੇ ਹਾਂ। ਹੁਣ ਇਟ ਮੀਨਸ ਇਹ ਸਾਨੂੰ ਕਲੀਅਰ ਹੋ ਗਿਆ ਕਿ ਮਨੀ ਕੀ ਹੈ, ਕਾਊਂਟੇਬਲ ਹੈ ਕਿ ਨਹੀਂ? ਨਹੀਂ ਕਾਊਂਟੇਬਲ। ਅਗਰ ਸਾਡੀ ਇਹ ਚੀਜ਼ ਅਨਕਾਊਂਟੇਬਲ ਹੈ ਫਿਰ ਸਾਨੂੰ ਕਲੀਅਰ ਹੈ ਅਨਕਾਊਂਟੇਬਲ ਨਾਲ ਅਸੀਂ ਕੀ ਲਗਾ ਰਹੇ ਹਾਂ? ਲਿਟਲ ਲਗਾਉਂਦੇ ਹਾਂ। ਹੁਣ ਬੈਗਰ ਕੋਲੋਂ ਸਾਨੂੰ ਇਹ ਗੱਲ ਕਲੀਅਰ ਹੈ ਕਿ ਉਹਦੇ ਕੋਲ ਪੈਸੇ ਨਹੀਂ ਹੈ ਤੇ ਅਸੀਂ ਕੀ ਲਗਾਤਾ? ਲਿਟਲ। ਨੈਕਸਟ ਦੇਖੋ, ਹੀ ਇਜ਼ ਅ ਫੂਲ। ਉਹ ਮੂਰਖ ਹੈ। ਹੁਣ ਪਹਿਲੀ ਗੱਲ, ਮੂਰਖ ਹੈ ਐਂਡ ਹੈਜ਼ ਡੈਸ਼ ਸੈਂਸ। ਅਗਰ ਉਹ ਮੂਰਖ ਹੈ ਤਾਂ ਉਹਦੇ ਕੋਲੋਂ ਕੋਈ ਸੈਂਸ ਹੋਏਗੀ? ਬਿਲਕੁਲ ਨਹੀਂ ਹੋਏਗੀ, ਹੈ ਨਾ। ਅਸੀਂ ਉਹਨੂੰ ਮੂਰਖ ਤਾਂ ਹੀ ਮੰਨ ਰਹੇ ਨਾ, ਸੈਂਸ ਹੋ ਗਿਆ ਜਾਂ ਨੌਲੇਜ ਹੋ ਗਿਆ। ਨੌਲੇਜ ਹੋਏਗੀ ਕਿ ਮੂਰਖ ਕੋਲੋਂ? ਨਹੀਂ ਹੋਏਗੀ। ਹੁਣ ਸੈਂਸ ਜਾਂ ਨੌਲੇਜ, ਇਹਨੂੰ ਅਸੀਂ ਕਾਊਂਟ ਕਰ ਸਕਦੇ ਹਾਂ? ਨਹੀਂ, ਅਸੀਂ ਇੱਦਾਂ ਨਹੀਂ ਕਹਿੰਦੇ ਉਹਦੇ ਕੋਲ 2 ਸੈਂਸ ਹੈ, ਉਹਦੇ ਕੋਲ 4 ਸੈਂਸ ਹੈ। ਨੋ, ਬਹੁਤ ਹੈ ਜਾਂ ਘੱਟ ਹੈ। ਤੇ ਫਿਰ ਅਸੀਂ ਇਹਦੇ 'ਚ ਫਿਰ ਕੀ ਲਗਾਵਾਂਗੇ? ਲਿਟਲ। ਹੁਣ ਬੇਟਾ ਕੁਝ ਹੋਰ ਗੱਲਾਂ ਮੈਂ ਤੁਹਾਡੇ ਨਾਲ ਕਲੀਅਰ ਕਰਨੀ ਚਾਹੁੰਦੀ ਹਾਂ ਜਿਹੜੇ ਕਿ ਐਗਜ਼ਾਮਸ ਵਿੱਚ ਤੁਹਾਨੂੰ ਗਲਤੀ ਲੱਗ ਜਾਂਦੀ ਹੈ। ਲਾਈਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮਨੀ ਅਸੀਂ ਕਾਊਂਟ ਨਹੀਂ ਕਰ ਸਕਦੇ। ਅੱਛਾ, ਹੁਣ ਮੈਨੂੰ ਦੱਸੋ ਟਾਈਮ, ਟਾਈਮ ਕਾਊਂਟ ਕਰ ਸਕਦੇ ਹਾਂ? ਨਹੀਂ, ਟਾਈਮ ਵੀ ਨਹੀਂ ਕਾਊਂਟ ਕਰ ਸਕਦੇ। ਅਸੀਂ ਕੀ ਕਾਊਂਟ ਕਰਦੇ ਹਾਂ? ਅਸੀਂ ਆਰਸ ਕਾਊਂਟ ਕਰਦੇ ਹਾਂ, ਸੈਕਿੰਡਸ, ਮਿੰਟਸ, ਇਹਨਾਂ ਨੂੰ ਕਾਊਂਟ ਕਰਦੇ ਹਾਂ। ਅਸੀਂ ਕਦੀ ਵੀ ਟਾਈਮ ਨੂੰ ਕਾਊਂਟ ਨਹੀਂ ਕਰਦੇ। ਅਸੀਂ ਕੀ ਕਹਿੰਦੇ ਹਾਂ? ਉਹਦੇ ਕੋਲ ਬਹੁਤ ਟਾਈਮ ਹੈ, ਉਹਦੇ ਕੋਲ ਥੋੜ੍ਹਾ ਹੀ ਟਾਈਮ ਰਹਿ ਗਿਆ, ਰਾਈਟ? ਇੱਦਾਂ ਹੀ ਕਹਿੰਦੇ। ਅਸੀਂ ਇਹ ਤਾਂ ਨਹੀਂ ਕਹਿੰਦੇ ਉਹਦੇ ਕੋਲ 5 ਟਾਈਮ ਹੈ। ਠੀਕ ਹੈ, ਅਗਰ ਅਸੀਂ ਉੱਦਾਂ ਕਹਿਣਾ ਤਾਂ ਫਿਰ ਅਸੀਂ ਕਹਿੰਦੇ ਉਹਦੇ ਕੋਲੋਂ 5 ਘੰਟੇ ਦਾ ਟਾਈਮ ਹੈ ਜਾਂ 5 ਘੰਟੇ ਹੈ, ਰਾਈਟ? ਅਸੀਂ ਕਦੀ ਵੀ ਟਾਈਮ ਨੂੰ ਸਿੱਧਾ ਨਹੀਂ ਕਾਊਂਟ ਕਰ ਸਕਦੇ। ਇਸ ਕਰਕੇ ਅਸੀਂ ਟਾਈਮ ਨਾਲ ਵੀ ਕੀ ਲਗਾਵਾਂਗੇ? ਲਿਟਲ ਲਗਾਵਾਂਗੇ। ਠੀਕ ਹੈ, ਹੁਣ ਇੱਧਰ ਸਾਡੀ ਕਿਹੜੀ ਐਗਜ਼ਾਮਪਲ ਆ ਗਈ? ਟਾਈਮ ਆ ਗਿਆ। ਜਿਹਦੇ 'ਚ ਤੁਹਾਨੂੰ ਜ਼ਿਆਦਾ ਮਿਸਟੇਕਸ ਹੁੰਦੀਆਂ, ਜ਼ਿਆਦਾ ਕਨਫਿਊਜ਼ਨ ਹੁੰਦੀ ਹੈ, ਉਹ ਮੈਂ ਤੁਹਾਨੂੰ ਇੱਥੇ ਐਗਜ਼ਾਮਪਲਸ ਵਿੱਚ ਲਿਖ ਰਹੀ ਹਾਂ। ਠੀਕ ਹੈ, ਅਸੀਂ ਟਾਈਮ ਨਹੀਂ ਕਾਊਂਟ ਕਰ ਸਕਦੇ, ਅਸੀਂ ਮਨੀ ਨਹੀਂ ਕਾਊਂਟ ਕਰ ਸਕਦੇ, ਵਾਟਰ, ਕੋਈ ਵੀ ਲਿਕੁਇਡ ਚੀਜ਼ ਹੈ, ਆਇਲ ਹੋ ਗਿਆ, ਹੈ ਨਾ, ਇਹਨਾਂ ਨੂੰ ਕਾਊਂਟ ਨਹੀਂ ਕਰ ਸਕਦੇ। ਠੀਕ ਹੈ, ਇੱਧਰ ਆ ਗਿਆ। ਹੁਣ ਫਿਊ ਵੱਲ ਸਾਡੇ ਕੋਲੋਂ ਕੀ ਐਗਜ਼ਾਮਪਲਸ ਆ ਰਹੀਆਂ ਹੈ? ਜਿੱਦਾਂ ਅਸੀਂ ਫਿਊ ਵਿੱਚ ਬੁੱਕਸ ਨੂੰ ਕਾਊਂਟ ਕਰ ਸਕਦੇ ਹਾਂ, ਯੈਸ। ਅਸੀਂ ਅਸੀਂ ਟਾਈਮ ਨੂੰ ਕਾਊਂਟ ਨਹੀਂ ਕਰ ਸਕਦੇ। ਅਸੀਂ ਟਾਈਮ ਨੂੰ ਕਾਊਂਟ ਨਹੀਂ ਕਰ ਸਕਦੇ, ਬਟ ਅਸੀਂ ਆਰਸ ਨੂੰ ਕਾਊਂਟ ਕਰ ਸਕਦੇ ਹਾਂ, ਆਫ ਕੋਰਸ। ਅਸੀਂ ਕੋਇਨਸ ਨੂੰ ਕਾਊਂਟ ਕਰ ਸਕਦੇ ਹਾਂ, ਆਫ ਕੋਰਸ ਕਰ ਸਕਦੇ ਹਾਂ। ਠੀਕ ਹੈ, ਇਹ ਸਮਝ ਆ ਗਿਆ ਕਿ ਲਿਟਲ ਔਰ ਫਿਊ ਅਸੀਂ ਕਿਹੜੀਆਂ ਚੀਜ਼ਾਂ ਨਾਲ ਲਗਾਉਂਦੇ ਹਾਂ। ਆਈ ਥਿੰਕ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਹੁਣ ਅਸੀਂ ਅਗਲਾ ਟੌਪਿਕ ਕਰਾਂਗੇ। ਇਹ ਤਾਂ ਹੋ ਗਿਆ ਲਿਟਲ ਔਰ ਫਿਊ, ਜਿਹਦਾ ਮਤਲਬ ਹੈ ਬਹੁਤ ਘੱਟ, ਮਤਲਬ ਨੈਗੇਟਿਵ। ਹੁਣ ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦੀ ਹੈ ਕਿ ਅਗਰ ਅਸੀਂ ਕਹਿੰਦੇ ਹਾਂ
is little water in the jug. It means jug ਵਿੱਚ a few drops of water ਹੈ ਜਿਹਦਾ ਸਾਨੂੰ ਕੋਈ ਫਾਇਦਾ ਨਹੀਂ, but ਜੇ ਮੈਂ ਕਹਿ ਦਿੰਦੀ ਹਾਂ there is a little water in the jug, ਇਹਦਾ ਮਤਲਬ ਥੋੜਾ ਜਿਹਾ, ਮਤਲਬ not in negative sense, ਥੋੜਾ ਥੋੜਾ ਜਿੱਦਾਂ ਅਸੀਂ ਕਿਵੇਂ ਕਹਿੰਦੇ ਜੋ ਥੋੜਾ ਹੀ ਪਾਣੀ ਰਹਿ ਗਿਆ ਹੋਰ ਭਰ ਲਈਏ, ਬਟ ਇਟ ਡਜ਼ਨਟ ਮੀਨਸ ਕਿ ਉਹ ਜਿੰਨਾ ਕੁ ਥੋੜਾ ਪਾਣੀ ਰਹਿ ਗਿਆ ਉਹ ਕਿਸੇ ਦੇ ਯੂਜ਼ ਨਹੀਂ ਆ ਸਕਦਾ, ਉਹਨੂੰ ਕੋਈ ਪੀ ਸਕਦਾ ਹੈ। ਇਹ ਇਸ ਲਈ ਯੂਜ਼ ਹੋਏਗਾ ਜਦੋਂ ਅਸੀਂ ਕਵਾਂਗੇ ਕਿ ਥੋੜਾ ਜਿਹਾ ਹੈ ਪੋਜ਼ਿਟਿਵ ਸੈਂਸ ਵਿੱਚ। ਅ ਫਿਊ ਵੀ ਇਨ ਦ ਸੇਮ ਵੇ ਜੇ ਅਸੀਂ ਕਹਿੰਦੇ ਸ਼ੀ ਹੈਜ਼ ਅ ਫਿਊ ਫਰੈਂਡਸ, ਇਹਦਾ ਮਤਲਬ ਉਹਦੇ ਕੁਛ ਦੋਸਤ ਹੈ, ਥੋੜੇ ਦੋਸਤ ਹੈ, ਠੀਕ ਹੈ ਨਾ। ਇਹਦਾ ਕੀ ਮਤਲਬ ਹੋ ਗਿਆ ਥੋੜਾ, ਜਾਂ ਅਸੀਂ ਕੁਛ ਲਈ ਵੀ ਇਹਨੂੰ ਕਹਿ ਸਕਦੇ ਹਾਂ। ਇਜ਼ ਦੈਟ ਕਲੀਅਰ? ਹੁਣ ਲਿਟਲ ਔਰ ਅ ਲਿਟਲ ਵਿੱਚ ਤੁਹਾਨੂੰ ਡਿਫਰੈਂਸ ਕਲੀਅਰ ਹੋ ਗਿਆ ਹੋਏਗਾ ਕਿ ਲਿਟਲ ਮਤਲਬ ਬਿਲਕੁਲ ਨਾਮ ਮਾਤਰ, ਔਰ ਅ ਲਿਟਲ ਦਾ ਮਤਲਬ ਥੋੜਾ ਜਿਹਾ। ਫਿਊ ਦਾ ਮਤਲਬ ਬਿਲਕੁਲ ਨਾ ਮਾਤਰ, ਅ ਫਿਊ ਦਾ ਮਤਲਬ ਥੋੜਾ ਜਿਹਾ, ਜਿਹੜਾ ਅਸੀਂ ਕਿਸੇ ਚੀਜ਼ ਲਈ ਯੂਜ਼ ਕਰ ਸਕਦੇ ਹਾਂ। ਅਸੀਂ ਅ ਲਿਟਲ ਔਰ ਅ ਫਿਊ ਦੀ ਐਗਜ਼ਾਮਪਲ ਕਰਨ ਲੱਗੇ। ਡੈਸ਼ ਸਟੂਡੈਂਟਸ ਆਰ ਪ੍ਰੈਜ਼ੈਂਟ ਇਨ ਦ ਕਲਾਸ, ਅਸੀਂ ਕਹਿਣਾ ਕਿ ਕਲਾਸ ਵਿੱਚ ਥੋੜ੍ਹੇ ਸਟੂਡੈਂਟ ਪ੍ਰੈਜ਼ੈਂਟ ਹੈ। ਹੁਣ ਇਹਦੇ 'ਚ ਸਾਨੂੰ ਕੋਈ ਵੀ ਨੈਗੇਟਿਵ ਸੈਂਸ ਨਹੀਂ ਆ ਰਹੀ ਅਤੇ ਅਸੀਂ ਲਿਖਾਂਗੇ ਅ ਫਿਊ, ਕਿਉਂਕਿ ਸਟੂਡੈਂਟਸ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ। ਸੋ ਵੀ ਵਿਲ ਰਾਈਟ ਅ ਫਿਊ ਸਟੂਡੈਂਟਸ ਆਰ ਪ੍ਰੈਜ਼ੈਂਟ ਇਨ ਦ ਕਲਾਸ। ਦੈਨ ਨੈਕਸਟ ਹੈ ਸ਼ੀ ਹੈਜ਼ ਡੈਸ਼ ਸੈਂਸ। ਹੁਣ ਅਸੀਂ ਇਹ ਨਹੀਂ ਕਿਹਾ ਕਿ ਉਹ ਮੂਰਖ ਹੈ, ਅਗਰ ਉਹ ਫੂਲ ਨਹੀਂ ਹੈ ਤਾਂ ਉਹਨੂੰ ਥੋੜ੍ਹੀ ਬਹੁਤ ਸੈਂਸ ਤਾਂ ਹੋਏਗੀ ਨਾ, ਜੇ ਅਸੀਂ ਕਹਿੰਦੇ ਉਹਨੂੰ ਘੱਟ ਸੈਂਸ ਹੈ, ਬਟ ਅਸੀਂ ਇਹ ਨਹੀਂ ਕਿਹਾ ਕਿ ਉਹ ਮੂਰਖ ਹੈ। ਅਤੇ ਫਿਰ ਅਸੀਂ ਸੈਂਸ ਮਤਲਬ ਜਿਹੜੀ ਚੀਜ਼ ਨੂੰ ਅਸੀਂ ਕਾਊਂਟ ਨਹੀਂ ਕਰ ਪਾ ਰਹੇ, ਅਤੇ ਫਿਰ ਅਸੀਂ ਕੀ ਲਗਾਵਾਂਗੇ ਸ਼ੀ ਹੈਜ਼ ਅ ਲਿਟਲ sense. I think now this is clear to you ki what is the difference between little, a little, few, a few. Then the last one is dash friends she had have left her. Dash friends she had, ਜਿਹੜੇ ਉਹਦੇ ਡੈਸ਼ ਫਰੈਂਡਸ ਸੀ ਹੈਵ ਲੈਫਟ ਹਰ, ਉਹ ਵੀ ਉਹਨੂੰ ਛੱਡ ਗਏ। ਹੁਣ ਮਤਲਬ ਜਿੰਨੇ ਥੋੜ੍ਹੇ ਬਹੁਤ ਉਹਦੇ ਫਰੈਂਡ ਸੀ ਉਹ ਵੀ ਉਹਨੂੰ ਛੱਡ ਗਏ। ਮਤਲਬ ਹੁਣ ਫਰੈਂਡਸ ਅਸੀਂ ਕਾਊਂਟ ਕਰ ਸਕਦੇ ਕਿ ਨਹੀਂ? ਠੀਕ ਹੈ, ਪਹਿਲਾਂ ਇਹ ਚੀਜ਼ ਅਸੀਂ ਕਰ ਲਈਏ। ਫਿਊ ਆ ਗਿਆ, ਲਿਟਲ ਨਹੀਂ ਆਇਆ। ਹੁਣ ਅਸੀਂ ਸੋਚਣਾ ਕਿ ਇਹਦੇ ਨਾਲ ਫਿਊ ਲੱਗੇਗਾ, ਅ ਫਿਊ ਲੱਗੇਗਾ, ਦ ਫਿਊ ਲੱਗੇਗਾ। ਹੁਣ ਦੇਖੋ ਇਹ ਕੀ ਹੈ, ਜਿਹੜੇ ਉਹਦੇ ਥੋੜ੍ਹੇ ਬਹੁਤ ਦੋਸਤ ਸੀ, ਠੀਕ ਹੈ, ਇਟ ਮੀਨ ਜਦੋਂ ਇਸ ਤਰ੍ਹਾਂ ਆ ਗਿਆ ਕਿ ਉਹਨਾਂ ਨੇ ਵੀ ਛੱਡਤਾ, ਅਤੇ ਦ ਫਿਊ। ਪਲੀਜ਼ ਗਿਵ ਮੀ ਡੈਸ਼ ਸ਼ੂਗਰ ਯੂ ਹੈਵ, ਮੈਨੂੰ ਪਲੀਜ਼ ਮੈਨੂੰ ਡੈਸ਼ ਸ਼ੂਗਰ ਦੇ ਦਿਓ ਜਿਹੜੀ ਤੁਹਾਡੇ ਕੋਲ ਹੈ, ਮਤਲਬ ਜਿਹੜੀ ਥੋੜ੍ਹੀ ਬਹੁਤ ਤੁਹਾਡੇ ਕੋਲ ਹੈ ਉਹ ਸ਼ੂਗਰ ਮੈਨੂੰ ਦੇ ਦਿਓ। ਹੁਣ ਇੱਥੇ ਫਿਰ ਅਸੀਂ ਅ ਫਿਊ ਨਹੀਂ ਲਿਖਾਂਗੇ, ਪਲੀਜ਼ ਗਿਵ ਮੀ ਅ ਫਿਊ ਸ਼ੂਗਰ, ਮਤਲਬ ਦ ਫਿਊ ਕਿ ਜਿੰਨੀ ਵੀ ਥੋੜ੍ਹੀ ਬਹੁਤ ਤੁਹਾਡੇ ਕੋਲ ਹੈ ਉਹ ਮੈਨੂੰ ਦੇ ਦਿਓ। ਸ਼ੀ ਗੇਵ ਮੀ ਡੈਸ਼ ਮਿਲਕ ਸ਼ੀ ਹੈਡ, ਜਿਹੜਾ ਥੋੜ੍ਹਾ ਜਿਹਾ ਮਿਲਕ ਤੁਹਾਡੇ ਕੋਲ ਹੈ ਮੈਨੂੰ ਦੇ ਦਿਓ। ਫਿਰ ਹੁਣ ਮਿਲਕ ਅਸੀਂ ਕਾਊਂਟ ਕਰ ਸਕਦੇ ਹਾਂ? ਨੋ। ਫਿਰ ਅਸੀਂ ਕੀ ਲਿਖਾਂਗੇ? ਦ ਲਿਟਲ। ਰਾਈਟ ਬੇਟਾ, ਇਹਦੇ ਵਿੱਚ ਕੀ ਹੈ ਕਿ ਅਸੀਂ ਇਹ ਜ਼ਰੂਰ ਕਹਿੰਦੇ ਕਿ ਜਿੰਨਾ ਕੁ ਤੁਹਾਡੇ ਕੋਲੋਂ ਹੈ, ਸ਼ੀ ਹੈਡ, ਯੂ ਹੈਵ, ਠੀਕ ਹੈ, ਇਹ ਚੀਜ਼ ਜ਼ਰੂਰ ਯੂਜ਼ ਹੋਏਗੀ ਜਦੋਂ ਅਸੀਂ ਦ ਵਾਲਾ ਯੂਜ਼ ਕਰਾਂਗੇ। ਉਦੋਂ ਮਤਲਬ ਜਿੰਨਾ ਥੋੜ੍ਹਾ ਬਹੁਤ ਤੁਹਾਡੇ ਕੋਲ ਚੀਜ਼ ਹੈ ਉਹ ਮਤਲਬ ਮੈਨੂੰ ਦੇ ਦਿੱਤੀ ਜਾਂ ਮੈਨੂੰ ਦੇ ਦਿਓ। ਜਿਹੜਾ ਅ ਲਿਟਲ ਜਾਂ ਆਪਾਂ ਅ ਫਿਊ ਕਾਊਂਟ ਕਰਦੇ ਹਾਂ ਉਹਦੇ ਵਿੱਚ ਇਹ ਕੀ ਹੈ ਕਿ ਅਸੀਂ ਕਹਿੰਦੇ ਥੋੜ੍ਹੇ ਜਿਹੇ। ਸ਼ੀ ਹੈਜ਼ ਅ ਫਿਊ ਫਰੈਂਡਸ, ਠੀਕ ਹੈ, ਸ਼ੀ ਹੈਜ਼ ਅ ਫਿਊ ਪੈਨਸ, ਠੀਕ ਹੈ। ਇਹਦੇ 'ਚ ਇਹ ਨਹੀਂ ਕਿਹਾ ਕਿ ਸ਼ੀ ਗੇਵ ਮੀ ਅ ਫਿਊ ਪੈਨਸ ਸ਼ੀ ਹੈਡ, ਨਹੀਂ, ਸ਼ੀ ਗੇਵ ਮੀ ਦ ਫਿਊ ਪੈਨ ਸ਼ੀ ਹੈਡ। ਫਿਰ ਅਸੀਂ ਕੀ ਕਹਿਣਾ? ਸ਼ੀ ਗੇਵ ਮੀ ਦ ਫਿਊ ਪੈਨਸ ਸ਼ੀ ਹੈਡ। ਪਰ ਜੇ ਅਸੀਂ ਅ ਫਿਊ ਲਗਾਇਆ ਤਾਂ ਸਿੰਪਲ ਸ਼ੀ ਗੇਵ ਮੀ ਅ ਫਿਊ ਪੈਨਸ। ਅਤੇ ਜੇ ਉਹਦੇ ਕੋਲੋਂ ਸਪੋਜ਼ ਕੋਈ ਵੀ ਮਤਲਬ ਨਹੀਂ ਹੈ ਚੀਜ਼, ਅਤੇ ਫਿਰ ਅਸੀਂ ਜਿੱਦਾਂ ਅਸੀਂ ਕਹਿ ਦਿੰਦੇ ਕੋਈ ਸਾਡੇ ਕੋਲ ਕੋਈ ਚੀਜ਼ ਮੰਗਣ ਆਏ ਤਾਂ ਅਸੀਂ ਨੈਗੇਟਿਵ ਸੈਂਸ 'ਚ ਕਹਿਣਾ ਕਿ ਮੇਰੇ ਕੋਲ ਤਾਂ ਅੱਗੇ ਹੈ ਨਹੀਂ ਹੈ, ਨਾ ਦੇ ਬਰਾਬਰ ਹੈ। ਫਿਰ ਅਸੀਂ ਕਹਾਂਗੇ ਆਈ ਕਾਂਟ ਗਿਵ ਯੂ ਦਿਸ ਬਿਕੋਜ਼ ਆਈ ਹੈਵ, ਕੀ ਕਹਾਂਗੇ, ਫਿਊ ਬੁੱਕਸ। ਫਿਊ ਬੁੱਕਸ ਦਾ ਮਤਲਬ ਨਾ ਦੇ ਬਰਾਬਰ ਬੁੱਕਸ ਹੈ, ਮੇਰੇ ਕੋਲ ਤਾਂ ਆਪ ਪੂਰੀਆਂ ਨਹੀਂ, ਅਤੇ ਤੈਨੂੰ ਕਿੱਥੋਂ ਦੇ ਦੇਣੀ ਹੈ, ਰਾਈਟ। ਹੁਣ ਇਹ ਤਿੰਨੋਂ ਚੀਜ਼ਾਂ ਮੇਰੇ ਖਿਆਲ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟੌਪਿਕ ਮੈਨੀ
और मच दा क्लीयर करा देनी है। मैनी और मच दोनों का की मतलब है? अधिक, बहुत अधिक या बहुत ज़्यादा। दोनों का मतलब सेम है, बहुत ज़्यादा। पर हुण फिर यही कन्फ्यूजन आ गई कि किहड़ा काउंटेबल है और किहड़ा अनकाउंटेबल है। लाइक असी सपोज सानू बिल्कुल नहीं पता, असी पहलों फ्यू लगा फ्रेंड्स नाल लगा के देखांगे। आई हैव मैनी फ्रेंड्स, आई हैव मच फ्रेंड्स। किहड़ा तुहानू ठीक लग रहा? आई हैव मैनी फ्रेंड्स। ਇਹਦਾ मतलब काउंटेबल नाउन्स ਦੇ ਨਾਲ ਕੀ ਲੱਗੇਗਾ? मैनी। और अनकाउंटेबल नाउन्स ਨਾਲ ਕੀ ਲੱਗੇਗਾ? मच। मतलब ਜਿਹੜੀ ਚੀਜ਼ ਨੂੰ ਅਸੀਂ ਗਿਣ ਨਹੀਂ ਸਕਦੇ ਉਹਨਾਂ ਨਾਲ ਮਚ ਅਗਰ ਉਹ ਜ਼ਿਆਦਾ ਮਾਤਰਾ 'ਚ ਹੈ, ਅਤੇ ਜਿਹੜੀ ਚੀਜ਼ ਨੂੰ ਅਸੀਂ ਗਿਣ ਸਕਦੇ ਹਾਂ ਔਰ ਉਹ ਜ਼ਿਆਦਾ ਮਾਤਰਾ 'ਚ ਮੈਨੀ। ਠੀਕ ਹੈ। ਹੁਣ ਜਿੱਦਾਂ ਅਸੀਂ ਰਾਈਸ ਨੂੰ ਨਹੀਂ ਕਾਊਂਟ ਕਰ ਸਕਦੇ, ਫਿਰ ਅਸੀਂ ਕਹਾਂਗੇ ਆਈ ਹੈਵ ਮਚ ਰਾਈਸ, ਮੇਰੇ ਕੋਲ ਬਹੁਤ ਰਾਈਸ ਹੈ। ਠੀਕ ਹੈ। ਆਈ ਹੈਵ ਮੈਨੀ ਬੈਗਸ, ਮੇਰੇ ਕੋਲੋਂ ਬਹੁਤ ਬੈਗਸ ਹੈ। ਠੀਕ ਹੈ। ਇਸ ਗੱਲ ਨੂੰ ਯਾਦ ਰੱਖਣਾ। ਮਚ ਕਿਹਦੇ ਨਾਲ ਲੱਗੇਗਾ? ਅਨਕਾਊਂਟੇਬਲ ਨਾਲ। ਮੈਨੀ ਕਿਹਦੇ ਨਾਲ ਲੱਗੇਗਾ? ਕਾਊਂਟੇਬਲ ਨਾਲ। ਦੋਨਾਂ ਦਾ ਮਤਲਬ ਬਹੁਤ। ਜੇ ਅਸੀਂ ਥੋੜ੍ਹੇ ਦੀ ਗੱਲ ਕਰੀਏ ਤਾਂ ਫਿਰ ਥੋੜ੍ਹਾ ਜਾਂ ਕੁਛ, ਫਿਰ ਸਾਡਾ ਇੱਧਰ ਮਚ ਵਾਲੀ ਜਗ੍ਹਾ 'ਤੇ ਕੀ ਆ ਜਾਂਦਾ ਹੈ? ਜਾਂ ਤਾਂ ਲਿਟਲ ਆਏਗਾ, ਜਾਂ ਅ ਲਿਟਲ ਆਏਗਾ, ਜਾਂ ਦ ਲਿਟਲ। ਔਰ ਇੱਧਰ ਕੀ ਆਏਗਾ? ਫਿਊ ਆਏਗਾ, ਅ ਫਿਊ ਆਏਗਾ, ਜਾਂ ਦ ਫਿਊ ਆਏਗਾ। ਠੀਕ ਹੈ। ਜਿੱਥੇ ਅਸੀਂ ਮਚ ਮੈਨੀ ਲਗਾ ਰਹੇ ਹਾਂ ਉੱਥੇ ਹੀ ਸਾਡਾ ਫਿਊ ਲੱਗਦਾ ਹੈ। ਜਿੱਥੇ ਮਚ ਲਗਾ ਰਹੇ ਹਾਂ ਉੱਥੇ ਲਿਟਲ। ਮਤਲਬ ਅਨਕਾਊਂਟੇਬਲ ਨਾਲ ਹੈ, ਕਾਊਂਟੇਬਲ ਨਾਲ ਹੈ। ਮੈਨੀ ਔਰ ਮਚ ਦਾ ਮਤਲਬ ਬਹੁਤ ਜ਼ਿਆਦਾ, ਔਰ ਇਹਦਾ ਮਤਲਬ ਕੁਛ ਜਾਂ ਥੋੜ੍ਹਾ। ਠੀਕ ਹੈ। ਇਹ ਸਾਡਾ ਡਿਟਰਮੀਨਰ ਦਾ ਇੱਕ ਟੌਪਿਕ ਸੀ ਜਿਹੜਾ ਬੱਚਿਆਂ ਨੂੰ ਬਹੁਤ ਕਨਫਿਊਜ਼ ਕਰਦਾ ਹੈ। ਇਸ ਨੂੰ ਅੱਛੀ ਤਰ੍ਹਾਂ ਕਰਨਾ, ਔਰ ਇਹਦੇ ਨਾਲ ਰਿਲੇਟਿਡ ਐਕਸਰਸਾਈਜ਼ਿਸ ਤੁਸੀਂ ਗ੍ਰਾਮਰ ਬੁੱਕਸ ਵਿੱਚੋਂ अपने सॉल्व करके देखना। थैंक यू। हैव अ प्रोडक्टिव डे।